ਫਾਸਟ ਵੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਭਾਰਤ ਭੂਸ਼ਣ। ਅੱਜ ਪੰਜਾਬੀ ਯੂਨੀਵਰਸਿਟੀ ਦੇ ਵਿਖੇ ਇੱਕ ਉਪਰਾਲਾ ਕੀਤਾ ਗਿਆ ਜਿਹੜੀ ਕਿਸਾਨੀ ਜਿਹੜਾ ਘੋਲ ਚੱਲਦਾ ਆ ਰਿਹਾ ਹੈਗਾ। ਦਿੱਲੀ ਦੀ ਬਰੂਹਾਂ ਦੇ ਉੱਤੇ ਕਿਸਾਨ ਡਟੇ ਬੈਠੇ ਨੇ ਤੇ ਉਹਨਾਂ ਦੇ ਲਈ ਜਿਹੜਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਜਿਹੜਾ ਹਮਲਾ ਮਾਰਿਆ ਗਿਆ ਹੈਗਾ ਤੇ ਵਿਚਾਰ ਚਰਚਾ ਹੋ ਰਹੀ ਹੈ ਕਿ ਕਿਸਾਨੀ ਨੂੰ ਕਿਸ ਤਰ੍ਹਾਂ ਜਿਹੜਾ ਬਚਾਇਆ ਜਾਵੇ। ਆਪਣੇ ਨਾਲ ਨੇ ਜੋਗਿੰਦਰ ਸਿੰਘ ਉਰਾਹਾਂ, ਗੱਲਬਾਤ ਕਰਦੇ ਹਾਂ। ਹਾਂਜੀ ਸਵਾਗਤ ਸਰ ਫਾਸਟ ਵੇ। ਧੰਨਵਾਦ। ਸਰ ਕਿਸ ਤਰ੍ਹਾਂ ਦੀ ਜਿਹੜੀ ਹੁਣ ਕਿਉਂਕਿ ਜਿਹੜਾ ਆਉਣ ਵਾਲੇ ਸਮੇਂ ਜਿਹੜਾ ਢਾਲਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਖ-ਵੱਖ ਤਰੀਕੇ ਦੇ ਨਾਲ ਜਿਹੜਾ ਕੇਂਦਰ ਸਰਕਾਰ ਹਾਵੀ ਹੁੰਦੀ ਦਿਖ ਰਹੀ ਹੈਗੀ ਆ ਤੇ ਕਿਸ ਤਰ੍ਹਾਂ ਸਮਝਦੇ ਸਰ ਇਸ? ਦੇਖੋ ਇਹ ਤਾਂ ਗਲਤ ਗੱਲ ਹੈ ਵੀ ਕੇਂਦਰ ਸਰਕਾਰ ਹਾਵੀ ਹੁੰਦੀ। ਸਰਕਾਰ ਨੇ ਜਿੰਨੇ ਪੱਤੇ ਚਲਾਏ ਨੇ ਕੁੱਲ ਫੇਲ ਹੋਏ ਨੇ ਸਰਕਾਰ ਦੇ। ਇਸ ਵੇਲੇ ਘੋਲ ਜਿਹੜਾ ਅੰਦੋਲਨ ਹੈ ਉਹ ਹਾਵੀ ਹੈ। ਬੀਜੇਪੀ ਨੂੰ ਇੰਨਾ ਨੰਗਾ ਕੀਤਾ ਹੈ ਦੇਸ਼ ਦੇ ਵਿੱਚ, ਲੋਕਾਂ ਦੇ ਵਿੱਚ, ਬਾਹਰਲੇ ਮੁਲਕਾਂ ਦੇ ਵਿੱਚ ਕਿ ਬੀਜੇਪੀ ਦੇ ਜਿੰਨੇ ਹੁਣ ਤੱਕ ਪੱਤੇ ਚਲਾਏ ਨੇ, ਚਾਹੇ ਤਾਂ ਉਹ ਕਰਨਾਲ ਵਾਲਾ ਅਟੈਕ ਹੋਵੇ, SDM ਦਾ ਬੋਲਣਾ ਹੋਵੇ, ਚਾਹੇ ਖੱਟਰ ਦੀ ਗੁਪਤ ਮੀਟਿੰਗ ਦੇ ਵਿੱਚ ਜਿਹੜੀ ਬਣੀ ਬਾਹਰ ਵੀਡੀਓ ਵਾਇਰਲ ਹੋਈ ਉਹ ਗੱਲ ਹੋਵੇ, ਚਾਹੇ ਮਤਲਬ ਲਖੀਮਪੁਰ ਵਾਲੀ ਘਟਨਾ ਹੋਵੇ, ਚਾਹੇ ਇਹ ਜਿਹੜੀ ਫਿਰਕਾ ਪ੍ਰਸਤੀ ਵਾਲੀ ਘਟਨਾ ਕਰਾਈ ਹੈ ਜਿਹੜੀ ਕੁੰਡਲੀ ਦੇ ਵਿੱਚ ਉਹ ਹੋਵੇ। ਸਾਰੀਆਂ ਘਟਨਾਵਾਂ ਦੇ ਵਿੱਚ ਬੀਜੇਪੀ ਦਾ ਹੱਥ ਹੈ ਤੇ ਬੀਜੇਪੀ ਦਾ ਰੋਲ ਹੈ। ਬੀਜੇਪੀ ਚੰਗੀ ਤਰ੍ਹਾਂ ਨੰਗੀ ਹੋਈ ਹੈ ਤੇ ਬੀਜੇਪੀ ਕੁੱਟੀ ਹੈ। ਅਸੀਂ ਉਹਦਾ ਕੋਈ ਵੀ ਇਸ ਤਰ੍ਹਾਂ ਮਤਲਬ ਜਿਵੇਂ ਹੁਣ 26 ਜਨਵਰੀ ਵਾਲਾ ਸੀਗਾ ਉਹ ਵੀ ਇਹਦੇ ਨਾਲ ਜੁੜਿਆ ਹੋਇਆ ਸੀ। ਜਿੰਨੇ ਵੀ ਪੱਤੇ ਹੁਣ ਤੱਕ ਬੀਜੇਪੀ ਨੇ ਚੱਲੇ ਨੇ ਘੋਲ ਨੂੰ ਫੇਲ ਕਰਨ ਦੀ ਖਾਤਰ, ਅਸੀਂ ਸਾਰੇ ਦੇ ਸਾਰੇ ਫੇਲ ਕੀਤੇ ਨੇ ਤੇ ਘੋਲ ਚੜ੍ਹਦੀ ਕਲਾ 'ਚ। ਸਰ ਲਖੀਮਪੁਰ ਜਿਹੜਾ ਕੇਸ ਹੋਇਆ ਹੈਗਾ ਹਾਲੇ ਤੱਕ ਕੋਈ ਮਤਲਬ ਕਿ ਅਜੇ ਮਿਸ਼ਰਾ ਨੂੰ ਕਿਸੇ ਬਰਖਾਸਤ ਨਹੀਂ ਕੀਤਾ ਗਿਆ। ਬਾਰ-ਬਾਰ ਤੁਸੀਂ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਫਿਰ ਵੀ ਜਿਹੜੀ ਇਹ ਸੁਣਵਾਈ ਹਾਲੇ ਤੱਕ ਨਹੀਂ ਹੋਈ। ਕੀ ਸਮਝਦੇ ਆ ਸਰ ਕਿ ਕਿਸ ਤਰ੍ਹਾਂ ਦੀ ਕੋਜੀ ਚਾਲਾਂ ਚੱਲ ਰਹੀ ਹੈ ਸਰ? ਦੇਖੋ ਅਸੀਂ ਤੁਹਾਨੂੰ ਪਹਿਲਾਂ ਦੱਸਦੇ ਰਹੇ ਹਾਂ ਵੀ ਇਹ ਜਿਹੜੀ ਹੁਕੂਮਤ ਹੈ ਇਹਦਾ ਖਾਸਾ ਦੇਖੋ ਪਹਿਲਾਂ ਕੀ ਹੈ। ਇਹਦਾ ਫਿਰਕੂ ਫਾਂਸੀਵਾਦੀ ਖਾਸਾ ਹੈ। ਇਹ ਜ਼ਬਰ ਦੇ ਜੁਰਮ ਦੇ ਤੇ ਟੇਕ ਰੱਖਣ ਵਾਲੀ ਉਹ ਹੈ ਪਾਰਟੀ ਹੈ ਤੇ ਇਹਨਾਂ ਦਾ ਜਿਹੜਾ ਖਾਸਾ ਹੈ, ਇਹਨਾਂ ਨੇ ਜ਼ਬਰ ਕਰਨ ਵਾਲਿਆਂ ਨੂੰ ਉਕਸਾਉਣਾ ਹੈ, ਉਹਨਾਂ ਨੂੰ ਸਜ਼ਾ ਨਹੀਂ ਦੇਣੀ। ਜਿਹੜਾ ਅਜੈਬ ਮਿਸਰਾ ਜਿਵੇਂ ਹੁਣ ਤੁਸੀਂ ਸ਼ਹੀਨ ਬਾਗ ਵਾਲਾ ਦੇਖੋ, ਉਦੋਂ ਵੀ ਤਾਂ ਇੱਕ ਮੰਤਰੀ ਨੇ ਵੀ ਕਿੰਨੇ ਬਿਆਨ ਦਿੱਤੇ ਸੀ ਵੀ ਗੋਲੀ ਮਾਰੋ ਸਾਲੋਂ ਕੇ ਹੋਰ ਕਰ ਦੇਂਗੇ, ਜਿੱਬੂ ਕਰ ਦੇਂਗੇ, ਕਿੰਨਾ ਕੁਛ ਬੋਲਦੇ ਰਹੇ ਨੇ। ਉਹਨਾਂ 'ਤੇ ਕਿਸੇ 'ਤੇ ਕੋਈ ਕਾਰਵਾਈ ਨਹੀਂ ਹੋਈ। ਉਦੋਂ ਪਿੱਛੋਂ SDM ਸ਼ਰੇਆਮ ਬੋਲੀ ਜਾਂਦਾ ਵੀ ਸਿਰ ਪਾੜ ਦਿਓ, ਫਲਾਣਾ ਮਾਰ ਦਿਓ, ਉਹ 'ਤੇ ਕੋਈ ਕਾਰਵਾਈ ਨਹੀਂ ਹੋਈ। ਲਖੀਮਪੁਰ ਵਾਲੀ ਘਟਨਾ ਦੇ ਵਿੱਚ ਅਜੈਬ ਮਿਸਰਾ ਸਿੱਧੇ ਰੂਪ ਦੇ ਵਿੱਚ ਸ਼ਾਮਲ ਹੈ, ਉਹਦੇ 'ਤੇ ਧਾਰਾ 120 ਵੀ ਲੱਗੀ ਹੋਈ ਹੈ, ਉਹ ਉਹਦੇ ਸੱਤਾ 'ਤੇ ਕਾਬਜ਼ ਹੈ। ਇਹ ਜਾਨੀ ਜਿੰਨੀਆਂ ਘਟਨਾਵਾਂ ਨੇ, ਹੁਣ ਤੋਮਰ ਹੈ, ਤੋਮਰ ਦੇ ਸਾਹਮਣੇ ਨਿਹੰਗ ਦੀ ਫੋਟੋ ਆ ਗਈ, ਜਿਹੜੇ ਨਿਹੰਗ ਨੇ ਬੇਅਬਦੀ ਦਾ ਬਹਾਨਾ ਲਾ ਕੇ ਇੱਕ ਬੰਦੇ ਨੂੰ ਜਿਹੜੀ ਕਿਹਾ ਵੀ ਉਹ ਘਟਨਾ ਕੀ ਹੈ, ਉਹ ਜਾਂਚ ਕਰਨ ਵਾਲੀ, ਪੜਤਾਲ ਕਰਨ ਵਾਲੀ। ਇਹ ਕੁੱਲ ਘਟਨਾਵਾਂ ਨੂੰ ਤੁਸੀਂ ਦੇਖੋ ਵੀ ਜਿੰਨੇ ਜੁਰਮ ਕਰਨ ਵਾਲੇ ਲੋਕ ਨੇ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਬੀਜੇਪੀ ਨੇ ਕੀਤੀ। ਇਹਦਾ ਮਤਲਬ ਇਹ ਦਿਖਾਉਂਦੇ ਨੇ ਵੀ ਜਮਨ ਇਹ ਸਾਡਾ ਖਾਸਾ ਹੈ, ਅਸੀਂ ਇਹ ਕਰਨਾ ਹੀ ਹੁੰਦਾ। ਇਹ ਪਲਾਨ ਹੈ ਜਿਹਨੇ ਲਖੀਮਪੁਰ ਵਾਲੀ ਘਟਨੇ ਦੇ ਮੋਦੀ ਸਾਹਿਬ ਨੇ ਕੁਛ ਵੀ ਨਹੀਂ ਬੋਲਿਆ, ਜਾਨੀ ਬਹੁਤ ਇਹ ਮਾੜਾ ਖਾਸਾ ਇਹਨਾਂ ਦਾ, ਉਹ ਸਾਡਾ ਅੰਗਿਆ ਹੋਇਆ ਤੇ ਤਾਂ ਦੱਸਿਆ ਸਾਨੂੰ ਪਹਿਲਾਂ ਜੀ। ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਬਾਰ-ਬਾਰ ਜਿਹੜਾ ਬੀਜੇਪੀ ਅਮਿਤ ਸ਼ਾਹ ਦੇ ਨਾਲ ਮੀਟਿੰਗਾਂ ਕਰ ਰਹੇ ਨੇ, ਉਹ ਕਹਿੰਦੇ ਕਿ ਖੇਤੀ ਬਿੱਲ ਰੱਦ ਕਰਵਾਉਣੇ ਨੇ ਤੇ ਬੀਜੇਪੀ ਦਾ ਜੇ ਅਲਾਇੰਸ ਹੁੰਦਾ ਹੈ ਤੇ ਕੀ ਕਿਸਾਨਾਂ ਵੱਲੋਂ ਕਿਸ ਤਰ੍ਹਾਂ ਦਾ ਰਹੇਗਾ ਜੀ? ਦੇਖੋ ਸਾਥੀ, ਇਹ ਮੌਸਮ ਹੈ ਉਹਨਾਂ ਦਾ, ਵੋਟਾਂ ਮੁੱਛਣ ਦਾ ਮੌਸਮ ਹੈ। ਵੋਟਾਂ ਮੁੱਛਣ ਦੇ ਮੌਸਮ ਦੇ ਟਾਈਮ ਸਾਰੇ ਕੁਝ ਕਰਦੇ ਨੇ। ਹੁਣ ਉਹਨਾਂ ਦੇ ਕਾਨੂੰਨ ਵੀ ਜ਼ਿਆਦਾ ਗਏ। ਹੁਣ ਉਹਨੇ ਕਾਂਗਰਸ ਛੱਡ ਕੇ ਬੀਜੇਪੀ ਬਦਲਣ ਦਾ ਪੈਂਤੜਾ ਵੀ ਕਰ ਲਿਆ, ਬੀਜੇਪੀ ਨਾਲ ਸਾਂਝ ਪਾਉਣ ਦੀ ਪੈਂਤੜੀ ਵੀ ਕਰ ਲਈ। ਯਾਨੀ ਇੱਕ ਸਮਾਂ ਮਤਲਬ ਉਹ ਇਹ ਜਿਹੜੇ ਬੀਜੇਪੀ ਦੇ ਵਿੱਚ ਜੁਆਇਨ ਹੀ ਕਰ ਜਾਣ ਦਾ ਉਹਦੇ ਸਬੱਬ ਬਣਦਾ ਦਿਖਦਾ ਇਸ ਤਰ੍ਹਾਂ ਦਾ। ਪਰ ਉਹ ਇਹਨਾਂ ਨਾਲ ਲੋਕਾਂ ਨਾਲ ਕਿੰਨੇ ਕਹੇਜ ਹੋ ਗਏ। ਇਹ ਸਿਰਫ ਵੋਟਾਂ ਮਿਸ਼ਨ ਦਾ ਇੱਕ ਜ਼ਰੀਆ ਬਣਾਇਆ ਹੋਇਆ ਇਹਨਾਂ ਦਾ, ਹੋਰ ਇਹ ਕੁਛ ਨਹੀਂ ਹੈ। ਇਹਨਾਂ ਨੂੰ ਕੋਈ ਲੋਕਾਂ ਨਾਲ, ਇਹਨਾਂ ਨੂੰ ਕੋਈ ਕਿਸਾਨਾਂ ਦੇ ਜ਼ਮੀਨਾਂ ਨਾਲ ਕੋਈ ਹੇਜ ਨਹੀਂ। ਆਪਦੇ ਸਮੇਂ 'ਤੇ ਜਦੋਂ ਇਹ ਸੱਤਾ ਦੇ ਵਿੱਚ ਸੀ ਪੰਜਾਬ ਦੇ ਵਿੱਚ, ਦੇਖੋ ਛੰਨਾ ਧੌਲੇ ਦੇ 3 ਪਿੰਡਾਂ ਦੀ ਜ਼ਮੀਨ ਇਹਨੇ 450 ਏਕੜ ਜਬਰੀ ਧੱਕੇ ਨਾਲ ਹੀ ਦਿੱਤੀ ਹੈ ਤੇ ਲੋਕਾਂ ਦੇ ਲਾਠੀ ਚਾਰਜ ਕੀਤਾ, ਡਾਂਗਾ ਭਰਾਈਆਂ ਨੇ। ਇਹ ਕਰਦੇ ਰਹੇ ਨੇ। ਇਸ ਕਰਕੇ ਇਹਨਾਂ ਦਾ ਨੀਤੀ 'ਚ ਕੋਈ ਫਰਕ ਨਹੀਂ ਜੀ। ਜੇ ਬੀਜੇਪੀ ਦਾ ਅਲਾਇੰਸ ਹੋ ਜਾਂਦਾ ਹੈ ਅਮਰਿੰਦਰ ਦੇ ਨਾਲ, ਕਿ ਉਸੇ ਤਰ੍ਹਾਂ ਜਿਹੜਾ ਸੰਘਰਸ਼ ਤੁਹਾਡੇ ਬੀਜੇਪੀ ਦੇ ਤੇ ਅਮਰਿੰਦਰ ਦੇ ਖਿਲਾਫ ਹੋਊਗਾ? ਦੇਖੋ ਸਾਡਾ ਬੀਜੇਪੀ ਦੇ ਨਾਲ ਤਾਂ ਕਾਂਗਰਸ ਦੇ ਨਾਲ ਜਾਂ ਕਿਹਦੇ ਨਾਲ, ਸਾਡਾ ਤਾਂ ਹਾਕਮ ਪਾਰਟੀ ਜਿਹੜੀ ਪਾਵਰ 'ਚ ਆਉਣ ਵਾਲੀ ਜਿਹੜੀ ਨੀਤੀ ਦੇ ਪਹਿਰੇਦਾਰ ਹੈ ਕੋਈ ਵੀ। ਇਹ ਮੋਦੀ ਨਹੀਂ, ਮੋਦੀ ਹਟ ਕੇ ਦੂਜਾ ਆ ਜਾਊਗਾ ਉਹਦੇ ਨਾਲ ਵੀ। ਅਸੀਂ ਤਾਂ ਨਰਸਿਮਹਾ ਰਾਓ ਦਾ ਵੀ ਵਿਰੋਧ ਕਰਦੇ ਰਹੇ ਹਾਂ, ਅਸੀਂ ਤਾਂ ਮਨਮੋਹਨ ਸਿੰਘ ਦਾ ਵੀ ਵਿਰੋਧ ਕਰਦੇ ਰਹੇ ਹਾਂ। ਜਿਹੜੇ ਇਹ ਨੀਤੀਆਂ ਲਾਗੂ ਕਰਦੇ ਨੇ ਵਿਸ਼ਵ ਭਰ ਸੰਸਥਾ ਦੀਆਂ, ਉਹ ਲੋਕਾਂ ਦਾ ਫਾਇਦਾ ਨਹੀਂ ਕਰ ਸਕਦੇ। ਇਹਨਾਂ ਦਾ ਵਿਰੋਧ ਕਰਦੇ ਰਹੇ ਹਾਂ ਤੇ ਗਾਂਹ ਕਰਦੇ ਰਹੇ। ਸਰ ਗੁਰਨਾਮ ਸਿੰਘ ਚੰਡੂਨੀ ਨੇ ਕਹਿੰਦੇ 117 ਦੀਆਂ ਸੀਟਾਂ ਤੇ ਅਸੀਂ ਜਿਹੜਾ ਕੈਂਡੀਡੇਟ ਖੜਾ ਕਰਨਾ ਹੈਗਾ, ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਉਹ ਵੀ ਤੁਹਾਡੇ ਕਿਸਾਨ ਦੇ ਸਾਂਝੇ ਮੋਰਚੇ ਦੇ ਨਾਲ ਦੇਖੋ, ਉਹਦੇ ਬਾਰੇ ਸਾਤੋਂ ਸਾਡੇ ਸੰਯੁਕਤ ਮੋਰਚੇ ਦਾ ਉਹ ਪਾਰਟ ਆ, ਉਹਦੇ ਬਾਰੇ ਸਾਤੋਂ ਕਾਹਤੋਂ ਮੂੰਹ ਖਲਾਉਂਦੇ? ਉਹ ਖੜਾ ਹੋਊਗਾ, ਖੜਾ ਹੋ ਕੇ ਜਿੱਥੇ ਪਹਿਲੇ ਫਿਰਦੇ ਨੇ ਉੱਥੇ ਫਿਰ ਜੂਗਾ ਵਿੱਚ। ਅਸੀਂ ਵੋਟਾਂ ਨਹੀਂ ਲੋਕ ਦਿੰਦੇ। ਨਹੀਂ, ਫਿਰ ਵੀ ਜਿਹੜਾ ਹੈਗਾ ਸਰ ਇੱਕ ਮਾਹੌਲ ਹੈ ਜਿਹੜਾ ਹਲੇ ਲੋਕ ਪੱਖੀ ਜਿਹੜਾ ਕਿਸਾਨ ਨੇ ਜਿਹੜੇ ਉਹ ਉਸ ਪੱਖ ਨੂੰ ਦੇਖਦੇ ਹੋਏ ਜਿਹੜੇ ਨਾਲ ਵੀ ਜੁੜ ਰਹੇ ਨੇ। ਤੇ ਅੱਜ ਪਟਿਆਲੇ ਵੀ ਆਏ ਸੀਗੇ, ਪਟਿਆਲੇ ਵੀ ਇਹੀ ਕਹਿ ਕੇ ਕਹਿੰਦੇ 117 ਦੀਆਂ ਸੀਟਾਂ ਤੇ ਜਿਹੜਾ ਅਸੀਂ ਜਿਹੜਾ ਇਲੈਕਸ਼ਨ ਦੇ ਉੱਤੇ ਲੋਕਾਂ ਨੂੰ ਖੜਾਵਾਂਗੇ। ਗੁਰਨਾਮ ਚੰਡੂਨੀ ਨੂੰ ਕਹੋ ਬਾਈ, ਜੇ ਤਾਂ ਮੁੱਖ ਮੰਤਰੀ ਬਣਨਾ ਤੂੰ ਤਿਆਰ ਰਹਿ, ਫਿਰ ਤੇਰੀ ਕੋਠੀ ਤਾਂ ਅਸੀਂ ਚੌਥੇ ਦਿਨ ਹੀ ਘੇਰ ਲਾਂਗੇ। ਆ ਬਾਕੀਆਂ ਦਾ ਦੇਰ ਲਾ ਕੇ ਆਉਂਦੇ, ਤੂੰ ਇਹ ਸੁਪਨੇ ਲੈਣੇ ਛੱਡ ਦੇ, ਤੇਰੇ ਬਸ ਦੀ ਖੇਡ ਨਹੀਂ ਹੈ ਜੀ। ਤੇ ਹੋਰ ਸਰ ਕੀ ਰਣਨੀਤੀ ਰਹੂਗੀ ਹੁਣ, ਕਿਉਂਕਿ ਜਿਹੜਾ ਕਿਸ ਤਰ੍ਹਾਂ ਦੀ ਰਣਨੀਤੀ ਹੈਗੀ ਆ? ਕਿਉਂਕਿ ਪਿਛਲੀ ਜਿਹੜੀ ਗੜੇਮਾਰੀ ਹੋਈ ਹੈ ਉਹਦੇ ਤੇ ਕਿਸਾਨਾਂ ਦਾ ਬੜਾ, ਇੱਕ ਪਾਸੇ ਤਾਂ ਦਿੱਲੀ ਬਰੂਹਾਂ ਦੇ ਉੱਤੇ ਕਿਸਾਨ ਬੈਠੇ ਨੇ, ਦੂਸਰੇ ਪਾਸੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਉਰੇ ਪੰਜਾਬ ਦੀਆਂ ਸੜਕਾਂ ਉੱਤੇ ਬਹਿ ਗਏ ਜੀ। ਇਹ ਕਿਸ ਤਰ੍ਹਾਂ ਜਿਹੜਾ ਕਿਸਾਨਾਂ ਦਾ ਜਿਹੜਾ ਅੰਦੋਲਨ ਹੁਣ ਜਾ ਰਿਹਾ ਜੀ?
ਦੇਖੋ ਲੜਨ ਵਾਲੇ ਲੋਕ ਨੇ ਜਿਹੜੇ ਉਹ ਸੰਘਰਸ਼ ਕਰਦੇ ਨੇ, ਰਾਹ ਕੱਢ ਲੈਂਦੇ ਨੇ, ਹਾਲਤਾਂ ਦੇ ਮੁਤਾਬਕ ਪੈਂਤੜਾ ਬਦਲ ਲੈਂਦੇ ਨੇ। ਅਸੀਂ ਪੈਂਤੜੇ ਤੇ ਖੜੇ ਹਾਂ, ਦਰੁਸਤ ਪੈਂਤੜੇ ਤੇ ਖੜੇ ਹਾਂ, ਸਹੀ ਦਿਸ਼ਾ ਦੇ ਵਿੱਚ ਜਾ ਰਹੇ ਹਾਂ। ਸਹੀ ਸਾਡੀ ਦੋਸ਼ ਹੈ, ਲੋਕਾਂ ਦਾ ਹੰਗਾਰਾ ਹੈ, ਭਰਮਾ ਹੰਗਾਰਾ ਹੈ। ਸਾਡੀ ਗੱਲ ਪੰਜਾਬ ਯੂਨੀਵਰਸਿਟੀਆਂ ਦੇ ਸਕੂਲਾਂ ਕਾਲਜਾਂ ਦੇ ਵਿੱਚ ਪਹੁੰਚ ਗਈ, ਸਾਡੀਆਂ ਕੇਰਲਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਗੱਲ ਪਹੁੰਚ ਗਈ, ਆਂਧਰਾ ਦੀ ਯੂਨੀਵਰਸਿਟੀ, ਪੱਛਮੀ ਬੰਗਾਲ ਦੀਆਂ ਯੂਨੀਵਰਸਿਟੀਆਂ ਦੀ ਗੱਲ ਪਹੁੰਚ ਗਈ। ਜਦੋਂ ਸਾਡੀ ਗੱਲ ਵਿਦਿਆਰਥੀਆਂ ਤੱਕ ਪਹੁੰਚ ਗਈ, ਕਿਤਾਬਾਂ ਤੱਕ ਪਹੁੰਚ ਗਈ, ਸਾਡੇ ਸਿਲੇਬਸਾਂ ਤੱਕ ਗੱਲ ਹੋਣ ਲੱਗ ਗਈ, ਯਾਨੀ ਫਿਰ ਇਹ ਸਮਝ ਲਓ ਵੀ ਅੰਦੋਲਨ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਗਿਆ। ਅੰਦੋਲਨ ਆਪਣੇ ਥਾਂ ਬਣਾ ਲਿਆ ਲੋਕਾਂ ਦੇ ਵਿੱਚ। ਇਹ ਸਾਡਾ ਮਨੋਰਥ ਸਭ ਤੋਂ ਵੱਡਾ ਥਾਂ ਬਣਾਉਣਾ ਸੀ, ਕਿਉਂਕਿ ਇਕੱਲਾ ਖੇਤੀ ਕਾਨੂੰਨਾਂ ਦੀ ਲੜਾਈ ਨਹੀਂ, ਸਾਡੀ ਤਾਂ ਬਹੁਤ ਵੱਡੀ ਲੜਾਈ। ਸਰ ਕਿਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਰੱਖਿਆ ਹੋਏਗਾ, ਕਿਸ ਸੰਬੰਧ ਵਿੱਚ? ਹਾਂ, ਤੁਸੀਂ ਇਹਦਾ ਜੇ ਟਾਈਟਲ ਵੇਖੋ ਉੱਥੋਂ ਗੱਲ ਸਾਫ਼ ਹੋ ਜਾਂਦੀ ਹੈ ਕਿ ਖੇਤੀ ਕਾਨੂੰਨ, ਖੇਤੀ ਦਾ ਸੰਕਟ ਤੇ ਖੇਤੀ ਦਾ ਭਵਿੱਖ, ਇਹਦੇ ਤੇ ਇਹ ਸੈਮੀਨਾਰ ਹੈ। ਕਿਉਂਕਿ ਜਦੋਂ ਗੱਲ ਕਾਨੂੰਨਾਂ ਤੱਕ ਪਹੁੰਚੀ ਹੈ ਤੇ ਖੇਤੀ ਤੇ ਜ਼ਮੀਨ ਦੀ ਮਾਲਕੀ ਦੇ ਉੱਤੇ ਜਿਹੜਾ ਹੱਕ ਹੈ ਕਿਸਾਨਾਂ ਦਾ, ਉਹਦਾ ਸਵਾਲ ਖੜਾ ਹੋ ਗਿਆ ਹੈ। ਜੇ ਉਹ ਹੱਲ ਹੋ ਵੀ ਜਾਏਗਾ ਤੇ ਅੱਗੋਂ ਖੇਤੀ ਕਿਵੇਂ ਕਰਨੀ ਹੈ, ਇਹਦੇ ਤੇ ਵੀ ਵਿਚਾਰ ਚਰਚਾ ਦੀ ਲੋੜ ਹੈ। ਸੋ ਇਹਨਾਂ ਸਾਰਿਆਂ ਨੂੰ ਦੇ ਮਸਲਿਆਂ ਨੂੰ ਵਿਚਾਰਨ ਵਾਸਤੇ ਤੇ ਜਿਹੜੇ ਵਿਦਿਅਕ ਅਦਾਰੇ ਹੈ ਉਹ ਸਮਾਜ ਲਈ ਹੁੰਦੇ ਆ, ਉਹ ਲੋਕਾਂ ਲਈ ਹੁੰਦੇ ਆ। ਤੇ ਜੇ ਇਸ ਤਰ੍ਹਾਂ ਦਾ ਇਕਨੋਮਿਕ, ਸਮਾਜਿਕ, ਪੋਲੀਟੀਕਲ ਤੇ ਈਵਨ ਥਿਓਰੇਟੀਕਲ ਕੋਈ ਕਰਨਾ ਕੀ ਹੈ ਕਿ ਇਸ ਤਰ੍ਹਾਂ ਦਾ ਸੰਕਟ ਆ ਗਿਆ ਹੈ, ਤੇ ਵਿਦਿਅਕ ਅਦਾਰਿਆਂ ਨੂੰ ਵੱਡੇ ਰੂਪ 'ਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਇਸ ਸੰਕਟ ਦਾ ਹੱਲ ਲੱਭਣ ਤੇ ਧਿਰਾਂ ਚੁਣਨ ਜਿਨ੍ਹਾਂ ਨਾਲ ਰਲ ਕੇ ਉਹ ਕੰਮ ਕਰਨ। ਤੁਸੀਂ ਵੀ ਜਿਹੜਾ ਖੇਤੀਬਾੜੀ ਨਾਲ ਸੰਬੰਧਿਤ ਰਹੇ ਹੋ, ਤੁਹਾਡਾ ਜਿਹੜਾ ਬੈਕਗ੍ਰਾਉਂਡ ਹੈ ਖੇਤੀ ਦੇ ਨਾਲ ਸੰਬੰਧਿਤ ਹੈਗਾ, ਤੇ ਜਿਹੜਾ ਸਰ ਖੇਤੀ ਜਿਹੜਾ ਸੰਕਟ ਹੈ ਕਿਸ ਤਰ੍ਹਾਂ ਜਿਹੜਾ ਦੂਰ ਹੋ ਸਕਦਾ ਹੈਗਾ? ਕਿਉਂਕਿ ਜਿਹੜੇ ਕਿਸਾਨ ਨੇ, ਇੱਕ ਤਾਂ ਦਿੱਲੀ ਦੀ ਬਰੂਹਾਂ ਦੇ ਉੱਤੇ ਬੈਠੇ ਹੋਏ ਨੇ, ਕਈ ਵਾਰੀ ਕੁਦਰਤੀ ਜਿਹੜੀ ਪਿੱਛੇ ਜੇ ਗੜੇਮਾਰੀ ਹੋ ਗਈ ਹੈਗੀ ਹੈ, ਕਿਸੇ ਤਰ੍ਹਾਂ ਦਾ ਹਰ ਇੱਕ ਤਰ੍ਹਾਂ ਦਾ ਸੰਕਟ ਜਿਹੜਾ ਕਿਸਾਨਾਂ ਦੇ ਮੂਹਰੇ ਖੜਾ ਹੋ ਰਿਹਾ, ਵੱਡਾ ਚੈਲੰਜ ਬਣਿਆ ਹੋਇਆ ਹੈਗਾ ਉਹਨਾਂ ਵਾਸਤੇ। ਤੁਸੀਂ ਕੀ ਸਮਝਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈ ਕਿਸਾਨੀ ਨੂੰ ਪ੍ਰਫੁੱਲਿਤ ਹੋ ਸਕਦੀ ਹੈਗੀ ਆ, ਕਿਸ ਤਰ੍ਹਾਂ ਜਿਹੜੇ ਇਸ ਦੇ ਜਿਹੜੇ ਸੰਕਟ ਤੋਂ ਵੀ ਬਚਿਆ ਜਾ ਸਕਦਾ? ਕਿਸਾਨੀ ਪ੍ਰਫੁੱਲਤ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਕਿਸਾਨੀ ਕਿਸਾਨਾਂ ਦੇ ਹੱਥ 'ਚ ਰਵੇ। ਉਹਨਾਂ ਦੀ ਜ਼ਮੀਨ, ਉਹਨਾਂ ਦੇ ਬਾਕੀ ਹੋਰ ਜਿਹੜੇ ਰਿਸੋਰਸਿਸ ਨੇ, ਤੇ ਉਹ ਅੱਗੇ ਕਿਵੇਂ ਵੇਚਣ, ਖਰੀਦਣ, ਕੀ ਕਰਨ, ਕਿਸਾਨੀ ਕਿਸਾਨਾਂ ਦੇ ਹੱਥ 'ਚ ਰਹਿਣੀ ਚਾਹੀਦੀ ਹੈ, ਤੇ ਤਾਂ ਹੀ ਉਹ ਬਚ ਸਕਦਾ। ਸਰ ਵੱਖ-ਵੱਖ ਜਿਹੜੇ ਯੂਨੀਵਰਸਿਟੀ ਦੇ ਵਿੱਚ ਤੁਸੀਂ ਜਿਹੜੇ ਸੈਮੀਨਾਰ ਵੀ ਕਰਵਾਏ ਜਾ ਰਹੇ ਨੇ, ਤੇ ਜਿਹੜੀ ਸਟੂਡੈਂਟ ਨੂੰ ਕੀ ਅਪੀਲ ਕਰਦੇ ਹੋ ਸਰ, ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿਸਾਨਾਂ ਨੂੰ ਜਿਹੜੀ ਆ ਉਹਨਾਂ ਦੀ ਮਦਦ ਕੀਤੀ ਜਾ ਸਕਦੀ? ਨਹੀਂ, ਯੂਨੀਵਰਸਿਟੀ ਦਾ ਕੰਮ ਹੈ ਪੜ੍ਹਾਉਣਾ, ਖੋਜ ਕਰਨਾ। ਇਹਨਾਂ ਮਸਲਿਆਂ ਤੇ ਖੋਜ ਦੀ ਵੀ ਬੜੀ ਸਖਤ ਲੋੜ ਹੈ ਕਿ ਅੱਗੋਂ ਜੇ ਅਸੀਂ ਖੇਤੀ ਕਰਨੀ ਹੈ ਤੇ ਅਸੀਂ ਵਾਤਾਵਰਨ ਨੂੰ ਵੀ ਬਚਾਉਣਾ ਹੈ, ਕਿਸਾਨੀ ਨੂੰ ਵੀ ਬਚਾਉਣਾ ਹੈ, ਕਿਸਾਨੀ 'ਚੋਂ ਇੰਨਾ ਕੁ ਅਸੀਂ ਪ੍ਰੋਫਿਟ ਵੀ ਕੱਢਣਾ ਹੈ ਕਿ ਕਿਸਾਨ ਵੀ ਆਪਣਾ ਬੱਚਾ ਜਿਹੜਾ ਉਹ ਯੂਨੀਵਰਸਿਟੀਆਂ 'ਚ ਪੜ੍ਹਾ ਸਕੇ। ਤੇ ਇਹ ਮਾਡਲ ਕੀ ਬਣੂਗਾ, ਇਹਦੇ ਤੇ ਪਹਿਲਾਂ ਤਾਂ ਖੋਜ ਕਰਨ ਦੀ ਲੋੜ ਹੈ, ਉਹ ਯੂਨੀਵਰਸਿਟੀ ਕਰੇ। ਤੇ ਬਾਕੀ ਯੂਨੀਵਰਸਿਟੀ ਨੂੰ ਇਹ ਵਾਸਤੇ ਸਾਫ਼ ਹੋਣਾ ਚਾਹੀਦਾ ਹੈ ਵੀ ਜੇ ਯੂਨੀਵਰਸਿਟੀ ਨੇ ਲੋਕਾਂ ਨਾਲ ਜੁੜਨਾ ਹੈ ਤੇ ਇਸ ਵੇਲੇ ਯੂਨੀਵਰਸਿਟੀ ਨੂੰ ਕਿਸਾਨਾਂ ਨਾਲ ਸਿੱਧੇ ਜੁੜਨਾ ਚਾਹੀਦਾ। ਸਰ ਯੂਨੀਵਰਸਿਟੀ ਕੋਈ ਖੋਜ ਇਹੋ ਜਿਹੀ ਕਰਨ ਜਾ ਰਹੀ ਹੈਗੀ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੈ? ਬਿਲਕੁਲ ਕਰੇਗੀ। ਇੱਕ ਤਾਂ ਅਸੀਂ ਇਸ ਜਿਹੜਾ ਸੰਘਰਸ਼ ਹੈ ਕਿਸਾਨੀ ਦਾ ਪਿਛਲੇ 1 ਸਾਲ ਤੋਂ ਚੱਲ ਰਿਹਾ, ਜਾਂ ਇਹਦੀ ਬੈਕਡ੍ਰੌਪ 'ਚ ਪਿਛਲੇ 20 ਸਾਲ ਤੋਂ ਚੱਲ ਰਿਹਾ, ਇਹਦੇ ਉੱਤੇ ਹੀ ਇੱਕ ਖੋਜ ਸ਼ੁਰੂ ਕਰ ਰਹੇ, ਇਹਦਾ ਇਤਿਹਾਸ। ਕਿਉਂਕਿ ਇੱਕ ਇਤਿਹਾਸਕ ਕੰਮ ਹੋਇਆ ਹੈ ਤੇ ਇਹਦਾ ਇਤਿਹਾਸ ਲਿਖਣਾ ਬੜਾ ਜ਼ਰੂਰੀ ਹੈ। ਅੱਜ ਮੈਂ ਆਪਣੇ ਪ੍ਰਧਾਨਗੀ ਭਾਸ਼ਣ 'ਚ ਗੱਲ ਅਨਾਉਂਸ ਕਰਾਂਗਾ ਕਿ ਪੰਜਾਬੀ ਯੂਨੀਵਰਸਿਟੀ ਇਸ ਸਾਰੇ ਸੰਘਰਸ਼ ਦਾ ਇਤਿਹਾਸ ਲਿਖਵਾਏਗੀ, ਤੇ ਉਸ ਤੋਂ ਅੱਗੇ ਜਿਸ ਕਿਸਮ ਦੀ ਖੇਤੀ ਅੱਗੇ ਹੋਣੀ ਚਾਹੀਦੀ ਹੈ ਉਹਦੇ ਲਈ ਵੀ ਅਸੀਂ ਖੋਜ ਸ਼ੁਰੂ ਕਰਾਂਗੇ ਵੀ ਜੇ ਅਸੀਂ ਕੋਆਪਰੇਟਿਵ ਮਾਡਲ ਬਣਾਉਣਾ ਹੈ, ਜੇ ਅਸੀਂ ਵਾਤਾਵਰਨ ਨੂੰ ਬਚਾ ਕੇ ਖੇਤੀ ਕਰਨੀ ਹੈ ਤੇ ਅਸੀਂ ਉਹਨੂੰ ਲਾਹੇਵੰਦਾ ਵੀ ਰੱਖਣਾ ਹੈ, ਤੇ ਕੀ ਕੀਤਾ ਜਾਏ। ਸਰ ਜਿਵੇਂ ਹੁਣ ਪੈਡੀ ਦਾ ਜਿਹੜਾ ਸੀਜ਼ਨ ਚੱਲ ਰਿਹਾ ਹੈਗਾ, ਕ੍ਰੌਪ ਦੀ ਕਟਿੰਗ ਸ਼ੁਰੂ ਹੋ ਗਈ ਹੈਗੀ ਆ, ਕਿ ਮਤਲਬ ਕਿ ਹੁਣ ਪੈਡੀ ਜਿਹੜੀ ਜਲਾਣਾ ਹੁਣ ਕਿਸਾਨ ਦੇ ਹੱਥ ਵੱਸ ਕੁਝ ਨਹੀਂ ਹੈਗਾ। ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਨੇ, ਤੇ ਹੁਣ ਉਹ ਪਰਾਲੀ ਨੂੰ ਜਲਾ ਕੇ ਹੀ ਜਿਹੜਾ ਹੈਗਾ ਆਪਣੀ ਜ਼ਮੀਨ ਨੂੰ ਵਾਹ। ਕੋਈ ਗੱਲ ਇੱਕ ਪਿੱਛੇ ਸਵਾਲ ਪੁੱਛਣਾ ਚਾਹੀਦਾ ਹੈ ਵੀ ਅਸੀਂ ਝੋਨਾ ਬੀਜਣ ਲੱਗੀ ਕਿਉਂ ਪਏ? ਕਿਉਂਕਿ ਉੱਚੋਂ 4 ਪੈਸੇ ਵੱਧ ਮਿਲਦੇ ਆ, ਤੇ ਜੇ ਉਹ ਫਸਲਾਂ ਸਾਹਮਣੇ ਲੈਣ ਦੀਆਂ ਜਾਣ, ਉਹਨਾਂ ਦਾ ਮਿਨੀਮਮ ਸਪੋਰਟ ਪ੍ਰਾਈਸ ਦੇ ਦਿੱਤਾ ਜਾਵੇ ਜਿਹੜੀਆਂ ਝੋਨੇ ਤੋਂ ਵੱਖਰੀਆਂ ਨੇ, ਤਾਂ ਕਿ ਕਿਸਾਨ ਨੂੰ ਲਗਭਗ ਓਨਾ ਹੀ ਮੁਨਾਫਾ ਮਿਲੇ। ਤੇ ਉਹਨੂੰ ਕੀ ਲੋੜ ਹੈ ਝੋਨਾ ਲਾਉਣ ਦੀ ਤੇ ਇੰਨੀ ਪਰਾਲੀ ਪੈਦਾ ਕਰਨ ਦੀ, ਤੇ ਉਹਨੂੰ ਮੁੜ ਕੇ ਸਾੜਨਾ ਪਵੇ ਜਾਂ ਜੋ ਮਰਜ਼ੀ ਕਰਨਾ ਪਵੇ। ਵੈਸੇ ਮੈਂ ਇੱਕ ਤੁਹਾਨੂੰ ਗੱਲ ਦੱਸ ਦਿੰਦਾ ਕਿ 2 ਸਾਲ ਪਹਿਲੇ ਜਦੋਂ ਅਸੀਂ ਸਾਰਿਆਂ ਰਲ ਕੇ ਖੋਜ ਕੀਤੀ ਸੀ ਤੇ ਸਿਰਫ 8% ਧੂੰਆਂ ਕਿਸਾਨ ਪੈਦਾ ਕਰਦੇ ਆ, ਤੇ 92% ਧੂੰਆਂ ਜਿਹੜਾ ਹੋਰ ਲੋਕ ਪੈਦਾ ਕਰਦੇ ਆ। ਤੇ ਉਹ 92% ਨੂੰ ਜ਼ਿਆਦਾ ਕੰਟਰੋਲ ਕਰਨ ਦੀ ਲੋੜ ਹੈ ਕਿ 8% ਨੂੰ ਜ਼ਿਆਦਾ ਕੰਟਰੋਲ ਕਰਨ ਦੀ ਲੋੜ ਹੈ? ਇਹ ਮਸਲਾ ਹੀ ਹੈ ਨਹੀਂ ਅਸਲ 'ਚ। ਸਰ ਕਿਸ ਤਰ੍ਹਾਂ ਦਾ ਜਿਹੜਾ ਤੁਸੀਂ ਜਿਹੜਾ ਦੇਖਦੇ ਹੋ ਇਸ ਚੀਜ਼ ਨੂੰ ਲੈ ਕੇ, ਜਿਹੜਾ ਰੂਬਰੂ ਹੋ ਰਹੇ ਜਿਹੜਾ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ? ਦੇਖੋ ਜੀ, ਇੱਕ ਅੱਛੀ ਸ਼ੁਰੂਆਤ ਹੈ ਯੂਨੀਵਰਸਿਟੀ ਨੇ ਕੀਤੀ। ਲੋਕਾਂ ਦੇ ਮੁੱਦਿਆਂ ਨਾਲ ਜੁੜਨਾ ਚਾਹੀਦਾ ਹੈ। ਯੂਨੀਵਰਸਿਟੀ ਜੁੜੇਗੀ ਤਾਂ ਸਟੂਡੈਂਟਸ ਜੁੜਨਗੇ, ਇੰਟੈਲੈਕਚੁਅਲ ਜੁੜਨਗੇ, ਰਿਸਰਚਰ ਜੁੜਨਗੇ, ਤੇ ਲੋਕਾਂ ਦੇ ਵਿੱਚ ਗੱਲ ਜਾਏਗੀ। ਇਸ ਕਰਕੇ ਬਹੁਤ ਅੱਛਾ
ਕਦਮ ਹੈ। ਜਿਹੜਾ ਕੇਂਦਰ ਸਰਕਾਰ ਹੈਗੀ ਆ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਦੇ ਲਖੀਮਪੁਰ ਵਾਲਾ ਕੇਸ ਹੋ ਗਿਆ, ਚਾਹੇ ਅੱਜ ਦਾ ਕੇਸ ਲਾ ਲਓ, ਬੀਬੀਆਂ ਨੂੰ ਕੁਚਲਿਆ ਜਾਂਦਾ ਹੈਗਾ, ਤੇ ਕੀ ਸਮਝਦੇ ਹੋ ਇਸ ਚੀਜ਼ ਨੂੰ ਲੈ ਕੇ ਕਿ ਕਿਸ ਤਰ੍ਹਾਂ ਜਿਹੜਾ ਕੇਂਦਰ ਸਰਕਾਰ ਰਵੱਈਆ ਅਪਣਾ ਰਹੀ ਹੈ? ਸਰਕਾਰ ਦਾ ਘਟੀਆਪਣ ਇਦੋਂ ਮਾੜਾ ਰਵਤੀਰਾ ਕੀ ਹੋਏਗਾ। ਅੰਦੋਲਨ ਕਰਨਾ ਲੋਕਾਂ ਦਾ ਅਧਿਕਾਰ ਹੈ, ਪੀਸਫੁਲ ਅੰਦੋਲਨ ਸਾਡਾ ਮੁੱਢਲਾ ਅਧਿਕਾਰ ਹੈ, ਤੇ ਇਹਨੂੰ ਡਿਸਟਰਬ ਕਰਨ ਵਾਸਤੇ ਉਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਨੇ। ਘਿਨਾਉਣੇ ਤੋਂ ਘਿਨਾਉਣੇ ਕਦਮ ਚੁੱਕੇ ਨੇ ਸਰਕਾਰ ਨੇ, ਤੇ ਉਹਦੀ ਨਿੰਦਾ ਹੀ ਕਰ ਸਕਦੇ ਹਾਂ, ਔਰ ਅਸੀਂ ਤਾਂ ਵੀ ਆਰ ਪ੍ਰੀਪੇਅਰ ਟੂ ਫੇਸ ਐਨੀ ਇਵੈਂਚੁਅਲਿਟੀ। ਸਰ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਪੰਜਾਬ ਦੇ ਵਿੱਚ ਜਿਹੜਾ ਚੋਣਾਂ ਦਾ ਵਿਗਲ ਬਚ ਚੁੱਕਿਆ ਹੈਗਾ, ਵੱਖ-ਵੱਖ ਪਾਰਟੀਆਂ ਆਪਣਾ ਮਤਲਬ ਕਿ ਚੋਣ ਪ੍ਰਚਾਰ ਕਰਦੇ ਨੇ। ਚੰਡੂਨੀ ਸਾਹਿਬ ਵੀ ਆਏ ਸੀ ਤੇ ਉਹਨਾਂ ਨੇ ਵੀ ਕਿਹਾ ਕਿ ਮੈਂ 117 ਦਾ 117 ਜਿਹੜਾ ਕਿਸਾਨ ਆਗੂ ਨੂੰ ਜਿਹੜਾ ਖੜਾ ਕਰਾਂਗਾ। ਚਲੋ ਉਹ ਚੰਡੂਨੀ ਸਾਹਿਬ ਨੂੰ ਪੁੱਛ ਲਓ, ਜ਼ਿਆਦਾ ਵਧੀਆ। ਨਹੀਂ ਪਾਰਟ ਰਹੇ ਨੇ, ਪਰ ਹੁਣ ਇਸ ਗੱਲ 'ਚ ਸਾਡੇ ਡਿਸਿਪਲਿਨ ਤੋਂ ਬਾਹਰ ਨੇ, ਫਿਰ ਉਹਨਾਂ ਤੇ ਸਵਾਲ ਕਰੋ। ਉਹਨਾਂ ਨੇ ਤਾਂ ਕਿਹਾ ਜੀ 117 ਨਹੀਂ, ਉਹ ਜਦੋਂ ਕਰਨਗੇ ਦੇਖ ਲਾਂਗੇ, ਪਿੱਛੇ ਉਹ ਤੁਰਿਆ ਫਿਰੂ ਜਿੱਥੇ ਬਾਕੀ ਤੁਰੇ ਫਿਰਦੇ ਨੇ। ਸਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ, ਜਿਹੜੇ ਆਈ ਵਾਰੀ ਜਿਹੜਾ ਸੁਰਖੀਆਂ 'ਚ ਰਹਿ ਰਹੇ ਨੇ ਕਿਉਂਕਿ ਉਹਨਾਂ ਨੇ ਪਾਰਟੀ ਤੋਂ ਰਿਜ਼ਾਈਨ ਦਿੱਤਾ, ਉਸ ਤੋਂ ਬਾਅਦ ਬੀਜੇਪੀ ਨਾਲ ਲਗਾਤਾਰ ਮੀਟਿੰਗ ਕਰਦੇ ਆ ਰਹੇ ਨੇ, ਤੇ ਅੱਜ ਵੀ ਅਮਿਤ ਸ਼ਾਹ ਦੇ ਨਾਲ ਉਹਨਾਂ ਦੀ ਮੀਟਿੰਗ ਹੈ। ਤੁਸੀਂ ਇਸ ਚੀਜ਼ ਨੂੰ ਕਿਵੇਂ ਸਮਝਦੇ ਹੋ? ਜੇ ਉਹ ਗਠਬੰਧਨ ਕਰਕੇ ਬੀਜੇਪੀ ਦੇ ਵਿੱਚ ਜਿਹੜਾ ਲੈ ਕੇ ਆਉਂਦੇ ਪੰਜਾਬ ਦੇ ਵਿੱਚ, ਤੁਸੀਂ ਉਸ ਚੀਜ਼ ਨੂੰ ਕਿਵੇਂ? ਦੇਖੋ ਜੀ, ਉਹ ਕੀ ਕਰਦੇ ਨੇ ਸਾਨੂੰ ਉਹਦੇ ਨਾਲ ਕੋਈ ਸਰੋਕਾਰ ਨਹੀਂ। ਹਾਂ, ਇੱਕ ਠੀਕ ਹੈ ਵੀ ਅਸੀਂ ਅੰਦੋਲਨ 'ਚ ਹਾਂ, ਸਰਕਾਰ ਨਾਲ ਗੱਲਬਾਤ ਹੋ ਕੇ ਗੱਲ ਮੁੱਕਣੀ ਹੈ, ਜਦੋਂ ਸਰਕਾਰ ਬੁਲਾਏਗੀ ਅਸੀਂ ਚਲੇ ਜਾਵਾਂਗੇ। ਪੰਜਾਬੀ ਯੂਨੀਵਰਸਿਟੀ ਵਿੱਚ ਜਿਹੜਾ ਹੈਗਾ ਕਲਾ ਭਵਨ ਦੇ ਵਿਖੇ ਜਿਹੜਾ ਕਿਸਾਨ ਦੇ ਬਚਾਓ ਦੇ ਲਈ ਜਿਹੜਾ ਇੱਕ ਸੈਮੀਨਾਰ ਕਰਾਇਆ ਗਿਆ ਹੈ। ਵੱਖ-ਵੱਖ ਜਥੇਬੰਦੀਆਂ ਦੇ ਆਗੂ ਆਏ ਹੋਏ ਨੇ, ਜਿਵੇਂ ਕਿ ਸੰਯੁਕਤ ਮੋਰਚੇ ਤੋਂ ਵੀ ਜਿਹੜਾ ਜੋਗਿੰਦਰ ਸਿੰਘ ਰਾਹਾਂ ਤੇ ਨਾਲ ਉਹਨਾਂ ਦੇ ਹੋਰ ਵੀ ਜਿਹੜੇ ਆਗੂ ਸੀਗੇ ਵੀਸੀ ਸਾਹਿਬ ਨਾਲ ਜਿਹੜੇ ਇੰਟਰੈਕਟ ਹੋ ਕੇ ਹਟੇ ਨੇ, ਤੇ ਹੁਣ ਵੀ ਹੋਰ ਵੀ ਜਿਹੜੇ ਹਿਮਾਚਲ ਤੋਂ ਆਏ ਨੇ ਕਿਸਾਨ, ਉਹਨਾਂ ਨਾਲ ਗੱਲ ਕਰਦੇ हैं। सर स्वागत है फास्ट पेज ਤੁਹਾਡਾ। सर आपका क्या नाम है और कहाँ से आए हो? मैं हरीश चौहान, संयुक्त किसान मंच हिमाचल प्रदेश का संयोजक हूँ और हिमाचल प्रदेश का रहने वाला हूँ जी। और आपका जो क्या काम करते हैं आप वहाँ पे, क्या? देखिए, मैं एक किसान हूँ, बागवान हूँ, सेब बागवान हूँ, और सेब उगाने वाला बागवान तो हुई हूँ, साथ में किसान नेता भी हूँ जी। जैसे ये संयुक्त मोर्चे की कॉल से आपको यहाँ पे बुलाया गया है और आपने वहाँ पे संयुक्त मोर्चे के साथ लगे हुए हैं, सर आप कब से लगे हुए हैं? देखिए, जो संयुक्त किसान मोर्चा है, इनके साथ मैं बहुत पहले से जुड़ा हुआ हूँ। खासकर जब ये शुरू में पिछले साल नवंबर में वहाँ बैठे, उसके बाद मैं वहाँ लगभग 4 बार गया हूँ। खासकर सिंगू बॉर्डर, चाहे आपका टिकरी बॉर्डर है, सारे बॉर्डर्स पे मैं गया हूँ हर बार। और वहाँ पर जो है इनके साथ तो मैं पहले से, खासकर 2014 से जो है हमारा एक किसान एकता मंच था, उसमें मैं बहुत पहले से लेकर जुड़ा हुआ हूँ। तो ये हमारा हो। सर जैसे किसानों को पंजाब में दिक्कत आ रही है, क्या हिमाचल में भी कोई दिक्कत है? किस तरह की दिक्कत का सामना करना पड़ रहा है? और जैसे सेब का भाव है वो फ्लक्चुएशन होता जा रहा है और किसानों को दाम वाम बिल्कुल जो कम मिल रहा है, क्या ये रणनीति है सेंटर की? देखिए, ऐसा है, जो पंजाब, हरियाणा या उत्तर प्रदेश का या और राज्यों के किसान को जो नुकसान अभी हो रहा है, खासकर जो दिल्ली बॉर्डर पर ये किसान बैठे हैं, हम तो इस चीज़ को जो है पिछले 11 साल से हम लोग वहाँ पर, हमारे वहाँ अदानी, रिलायंस और बिग बास्केट, मदर डेयरी, इस तरह की कंपनियाँ पहले से ही सेब का काम कर रही है 10-12 साल से। 2-3 साल जो है बहुत अच्छा रेट उनके द्वारा दिया गया हम किसानों बागवानों को वहाँ पर, और हम लोग भी खुश हो गए थे कि हमारे जो है ये जो कहते हैं कि किसानों की आय दुगनी हो जाएगी, वो वाली बात उस ज़माने में हो गई थी कि भाई हमारी तो आय जो है बढ़ गई है। लेकिन धीरे धीरे जो है उसके जो दूरगामी दुष्परिणाम है वो अब आने शुरू हो गए। यानी कि मैं इसका अगर बात की जाए तो कब ये रेट आपके बढ़े थे और क्या आपको एक बताया गया था कि आपके रेट बढ़ने हैं? कैसे क्रॉप के लिए? जब 10-11 में ये कंपनीज वहाँ पर आई तो रेट जब मिलने वहाँ घर द्वार पे शुरू हुए, यानी मेरे बगीचे कौन सी में शुरू कंपनी? हुए। अदानी, मेन तो अदानी है सबसे ज़्यादा जो काम करती है वहाँ पर। बाकी जो रिलायंस है या और कंपनीज़ है वो भी है, आपकी बिग बास्केट है, टाटा वालों की है, बहुत सारी कंपनीज़ है। ये कंपनियाँ क्या करती हैं कि शुरू में आपको दाम जो है अच्छे दे देगी और आपको समय पे भुगतान तो खैर कंपनियाँ करती है, उसमें कोई दो राय नहीं है। लेकिन पिछले साल का मैं उदाहरण देना चाहता हूँ। पिछले साल जो रेट इन्होंने तय किया था 88 रुपये किलो ए ग्रेड सेब, और इस बार जो है सीधा ही इन्होंने मनमाने जो दाम ये तय करते हैं, इस बार सीधा
सीधा ही 16 रुपये कम करके 72 रुपये ए ग्रेड का रेट तय किया है, यानी 1 किलो का। देखिए सीधा एक साल में 16 रुपये का डिफरेंस, तो फार्मर को उसका कितना बड़ा नुकसान हुआ एक। और इसके अलावा जो इनके नॉर्म्स है वो इनके अपने हिसाब से, यानी कि किस तरह का कलर होगा वो इनके ये तय करेंगे, यानी किस तरह का ग्रेडिंग होगी, सॉर्टिंग होगी वो ये तय करेंगे, किस तरह के सेब में ये चीज़, ये दाग नहीं होना चाहिए या वो नहीं होना चाहिए वो ये तय करेंगे, दाम भी ये तय करेंगे, जिसके ऊपर किसी गवर्नमेंट एजेंसी का कंट्रोल नहीं है, ना डिपार्टमेंट ऑफ हॉर्टिकल्चर का, ना हिमाचल सरकार का, ना हम किसी फार्मर ऑर्गेनाइजेशंस का। दाम तय ये खुद करते हैं, तो हमारे लिए तो मजबूरी है कि वहाँ बेचना ही बेचना है, क्योंकि हम उनके आदी हो चुके हैं कि वो ग्रेडिंग सॉर्टिंग वो अपने आप करते हैं। पहले तो हमें 6-8 साल 10 साल उन्होंने आदी बनाया, घर द्वार में जो ये कह रहे हैं कि घर पे आपकी खरीद होगी, वो उसका जैसे आप पंजाब के साथ बोल रहे हैं। हाँ बिल्कुल, जैसे पंजाब में होने वाला है। एक चीज़ मैं और बोलना चाहता हूँ आपके चैनल के माध्यम से। देखिए जो पैन कार्ड के ऊपर खरीदारी की बात की जा रही है कि देश में कहीं भी कोई भी खरीदारी जो है हो सकती है, वो पैन कार्ड के ऊपर कोई भी पैन कार्ड धारक जो है वो कहीं भी खरीद कर सकता है। देखिए मेरे हिमाचल में इसका सीधा सा नुकसान देखने को मिल रहा है। ये कई वर्षों से जो है वहाँ जो APMC में और एग्रीकल्चर डिपार्टमेंट अलग अलग से वो जो है लाइसेंस जारी करती है। 300 रुपये की फीस में जो है वो एग्रीकल्चर डिपार्टमेंट लाइसेंस जारी करता है, वो कहीं भी सड़क किनारे बैठकर जो है खरीदी कर सकता है। अब तो वो पैन कार्ड वाली स्थिति जो 3 कानून बिलों में भी है वही चीज़। और APMC में जब आप लाइसेंस लेंगे तो कम से कम वहाँ मार्केट में कंट्रोल होगा, कोई पकड़ होगी, वहाँ से खरीदार कोई भाग नहीं सकता। मेरे हिमाचल प्रदेश में सेब के लिए खासकर SIT का गठन करना पड़ा हिमाचल सरकार को और माननीय उच्च न्यायालय हिमाचल प्रदेश को, क्योंकि कई वर्षों से किसानों बागवानों की जो है वो पेमेंट नहीं मिल पाती थी, खासकर इस व्यवस्था के थ्रू जो ये बाहर बैठकर कोई खरीदारी करते हैं। वो क्या करेंगे कि बाहर बैठकर खरीदारी करते हैं और उसके बाद कुछ समय के बाद वो वहाँ से भाग जाएगा और फिर उसके बाद फार्मर उसको कहाँ कहाँ ढूंढ जाएगा। बात अगर की जाए तो जो ये कंपनियां आई हैं अडानी अंबानी और आप जो भी नाम ले रहे हो, और कितना नुकसान हो रहा है किसानों का, पहले आपको कैसे बताया गया, अब आपका कैसे शोषण हो रहा है और कितना किसानों में वहाँ पे गुस्सा है? देखिए इसका नुकसान तो सीधा आंकलन नहीं किया जा सकता, क्योंकि ये खरीद तो इतनी ज़्यादा नहीं करते। ये तो लगभग हार्डली इनके 12,000 मीट्रिक टन के स्टोर्स है, थोड़ा रनिंग के लिए, यानी 20,000 मीट्रिक टन के आसपास। यानी कि अगर हिमाचल प्रदेश में 2 करोड़ बॉक्सेस होता है, 2 लाख मीट्रिक टन होता है, तो 10% की खरीदी करते हैं। और जो दूसरी अदर कंपनी है उसको मिलाकर लगभग हिमाचल में 50 मीट्रिक टन की खरीदी होती होगी। 50 मीट्रिक टन माना जाएगा कि 30 से 30% या 40% खरीदी सेब की करते हैं। लेकिन पूरी मार्केट के ऊपर जो है इनका कंट्रोल होता है, पूरे देश की मार्केट में पकड़ होती है। इनके जो एजेंट्स हैं वो पूरी देश की बड़ी बड़ी मंडियों में बैठे रहते हैं। जब इन्होंने दाम अपने तय करने होते हैं उस टाइम जो है उससे 1 हफ्ते पहले पूरे देश की मार्केट जो है सेब की क्रैश हो जाती है। और मैं आपके चैनल के माध्यम से बताना चाहता हूँ, इस वर्ष ये पहली साल थी कि जब हमने एक संयुक्त किसान मंच वहाँ बनाया, यानी जितनी हमारी ऑर्गेनाइजेशंस थी, अलग अलग ऑर्गेनाइजेशन, वो इस मंच के तले इकट्ठी हुई और बहुत बड़ा एजिटेशन किया। हमने बहुत सारे बाजार बंद किए और बहुत बड़ा एजिटेशन किया। तो पहली बार ये देखने में आया है कि भाई हमारे दाम जो है कंपनी जो घटाती थी, वो जैसे दाम मान लीजिए पिछली बार 88 पहले किया था तो उसको 2 रुपये करके घटाती रहती थी। लेकिन इस बार जब उसका बहुत बड़ा मंच ने बहुत बड़ी आवाज़ उठाई तो 2 रुपये करके बढ़ाना पड़ा। मार्केट जो 15-20 दिन तक क्रैश हुई उसको भी जो है वो बढ़ाना पड़ा। जी, अगर बात की जाए सीधी सी आपसे, जो अभी इस साल जो सेब खरीदा वो क्या रेट खरीदा और बाहर मार्केट में क्या रेट बेचा गया? देखिए ऐसा है, आपके बहुत सारे चैनल्स ने भी ये बात कई जगह उठाई है और सोशल मीडिया पे बहुत चली है ये बात। 12 रुपये का जो सेब हमारे से खरीदा गया उसका 6 पीस, यानी 6 पीस का एक पैकेट वो बड़े बड़े मॉल्स में जो है 196 रुपये तक बिका, 250 रुपये बिका, यानी 18 रुपये का सेब जो है 250 रुपये बिका किलो। तो आप देखिए कि ये गैप कितना बड़ा है, यानी कि हम किसान से जो है बिल्कुल न्यूनतम मूल्य पे खरीदा जाता है और उपभोक्ता को जो है वो लगभग आप सीधा लगाइए 20 गुना ज़्यादा उसको बेचा जा रहा है। तो ये व्यवस्थाएं कैसी है, मुझे ये समझ नहीं आ रही कि मैंने पिछले वर्ष जो है अपना सेब 52-53 रुपये राउंड में बेचा उनको, यानी A, B, C ग्रेड जो मैंने कुछ ट्रायल के लिए उनको दिया था पिछले वर्ष,
और जब मुझे बाद में मंडी में पता लगा तो वहाँ पे 250 रुपये बिकता रहा हो, यानी उनका सीए स्टोर का जो खर्चा था उसको मिला के आप लगाइए पर किलो में 60 से 70 रुपये विद ट्रांसपोर्टेशन बना, लेकिन उपभोक्ता को 250 रुपये किलो मिल रहा। और इस बार तो कुछ सीधा एग्जाम्पल हुआ कि 1200 रुपये का सेब 196 रुपये किलो और जो 18 रुपये का सेब है वो 250 रुपये किलो उपभोक्ता को मिला है। ये तो फिर इस तरह से मतलब कि शोषण हो रहा है लोगों के साथ और किसानों के साथ इतना बड़ा, और आप किस तरह से इसको चाहते हो कि आपकी जो मंच बनाया हुआ है, क्या आप का जो प्लान है कि कैसे बेचा जाए? देखिए, हम तो पूरे देश को ये समझाना चाहते हैं कि ये हम किसान का ही शोषण नहीं हो रहा, ये उपभोक्ता का भी शोषण हो रहा है। क्यों? उसको जब 20 गुना महंगा मिलेगा तो उसका भी तो नुकसान है, हमारे से ज़्यादा नुकसान उसका है। हम ये चाहते हैं कि फार्मर टू बायर कुछ ऐसी व्यवस्थाएं हो, जैसे अमूल की बात कर रहे हैं, अमूल का एक ऐसा सिस्टम है जिसमें कि 70% फ़ायदा जो है वो फार्मर को मिल जाता है उसका, और बाकी 30% जो है वो प्रॉफिट या और अदर खर्चे जो है वहाँ एम्प्लॉयमेंट के या और चीज़ें हैं उसमें जाता है। तो हम कहते हैं कि कोऑपरेटिव सिस्टम में खासकर फ्रूट और वेजिटेबल्स को लाया जाए दूध की तरह, और नंबर 2, जितने देश के अंदर जितने भी फ्रूट्स है, वेजिटेबल है या कोई एग्रीकल्चर उत्पाद है उसका न्यूनतम मूल्य तय किया जाए। यानी जैसे केरला में देखिए आप, केरला में जो है उन्होंने 11 उत्पादों पे अपने वहाँ फ्रूट्स और वेजिटेबल ज़्यादा होती है, ये ज़्यादा और चीज़ें पैडी और ये नहीं होती क्रॉप्स, तो उन्होंने 11 उत्पादों का न्यूनतम मूल्य तय किया और उससे जो है उनको फ़ायदा हो रहा है। वहाँ के फार्मर को मैं एग्जाम्पल देना चाहता हूँ कि टमाटर है, टमाटर का रेट जो है वो 10 रुपये मिनिमम तय किया गया है, उससे नीचे वो गिरेगा ही नहीं। जबकि पीछे मैं अपने हिमाचल के सोलन के क्षेत्र में मेरे बहुत सारा टमाटर होता है, उसका टमाटर जो है एक वक्त तो ये स्थिति थी कि 2 रुपये किलो नहीं बिक रहा था, आजकल तो अच्छा रेट है। लेकिन जो आप बता रहे हो इतना जो नुकसान हो रहा है, और सीधा जो केंद्र सरकार है अभी भी जो किसान दिल्ली के बॉर्डर पर बैठे हैं और जो सेंट्रल गवर्नमेंट है अभी भी टस से मस नहीं हो रही है, इससे आप क्या समझते हो? ये कैसी रणनीति है गवर्नमेंट की? और जो लोग भी परेशान हैं, महंगाई बढ़ती जा रही है, हर एक चीज़ के दाम बढ़ते जा रहे हैं, क्या साबित करना चाहते हैं? देखिए, मुझे लगता है कि भारत सरकार, उसे तो हमने भी सबने वोट दिया है, हम सब ने वोट दिया, हम उसके सपोर्टर रहे हैं, लेकिन जो पिछले 1 साल से किसानों के लिए रवैया है, हम भी इस खुशी में थे कि हमारे आदरणीय प्रधानमंत्री जी मोदी बोलते थे कि भी दुगनी इनकम हो जाएगी 22 में, लेकिन 22 तो आने वाला है, अब तो कोई टाइम नहीं रहा। लेकिन 1 साल से जो बेरुखी किसानों बागवानों की यानी अन्नदाता की कर रही है सरकार, वो किस दिशा में ले जा रहे हैं? ये तो सीधा सीधा सा ये है कि ये सरकार जो है कॉर्पोरेट सेक्टर को जो है फेवर करती है, और हम किसानों बागवानों के खिलाफ तो मुझे लगता है कि कहीं ये युद्ध तो नहीं है कहीं छेड़ा हुआ। मैं आपके चैनल के माध्यम से बताना चाहता हूँ, ये कहीं वॉर अगेंस्ट फार्मर तो नहीं है, मैं ये इल्ज़ाम नहीं लगा रहा, लेकिन हमें डर लगता है ऐसा कि हिमाचल में भी हमने देखा कि जब हमने आंदोलन किया, हिमाचल में बीजेपी की सरकार है, भारतीय जनता पार्टी की सरकार है। आप भी बीजेपी से? हाँ, मैं पिछले 32 वर्षों से भारतीय जनता पार्टी का कार्य करता रहा हूँ, वो सपोर्टर रहा हूँ। संयुक्त आपका आरएसएस में जो स्वदेशी जागरण मंच है उसका मैं प्रांत प्रमुख हूँ किसान बागवान प्रकोष्ठ का। लेकिन मुझे आज बड़ा दुख होता है, मैं पिछले 1 साल से जो है आंदोलन में जा रहा हूँ, इसलिए जा रहा हूँ कि मेरी रोजी रोटी का सवाल है। मेरे लिए पहले तो मेरी रोजी रोटी है, पार्टी और बाकी चीज़ें तो उसके बाद है। क्या आप अपने सीनियर अधिकारियों से कोई बात की आपने, जैसे आप बीजेपी से बिलोंग करते हो? हमने हमेशा बात की, आदरणीय मुख्यमंत्री हिमाचल से बात की, वहाँ पर जितने हमारे नेतागण हैं उनसे बात की, केंद्रीय मंत्रियों से बात की, आदरणीय नड्डा जी से बात की, जो मेरे राष्ट्रीय अध्यक्ष है, उनसे भी रास्ता दिख रहा? देखिए, अभी तक तो बीच का रास्ता कहीं नहीं दिख रहा, और हमें ये समझ नहीं आ रहा कि ये सरकार किसानों के लिए इतनी नदारद शब्द कहूँगा मैं, वो क्यों है, किस लिए है? अन्नदाता तो अन्नदाता है, उसका सम्मान करना चाहिए। ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੰਜਾਬ ਦਾ ਨਹੀਂ ਕਿ ਹਿਮਾਚਲ, ਹਰਿਆਣਾ, ਜੰਮੂ ਕਸ਼ਮੀਰ, ਜਿਹੜਾ ਸੰਯੁਕਤ ਮੋਰਚੇ ਦੇ ਜਿਹੜੀ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੀ ਬਰੂਹਾਂ ਦੇ ਉੱਤੇ ਜਿਹੜੇ ਕਿਸਾਨ ਡਟੇ ਬੈਠੇ ਨੇ, ਉਹਨਾਂ ਇਹੋ ਇੱਕ ਜਨ ਅੰਦੋਲਨ ਦੇ ਰੂਪ ਧਾਰ ਗਿਆ ਹੈਗਾ। ਜਿਹੜੇ ਬੀਜੇਪੀ ਦਾ ਵੀ ਸਮਰਥਨ ਕਰਦੇ ਰਹੇ ਨੇ, ਉਹਨਾਂ ਨੇ ਵੀ ਸਿੱਧੇ ਤੌਰ ਤੇ ਇਹੀ ਕਿਹਾ ਹੈਗਾ ਕਿ ਜਿਹੜੀ ਕੇਂਦਰ ਸਰਕਾਰ ਹੈਗੀ ਆ ਦੋਹਰੀ ਰਣਨੀਤੀ ਲੈ ਕੇ ਜਿਹੜਾ ਇਸ ਦੇ ਨਾਲ ਜਿਹੜਾ ਹੈਗਾ ਦੋਹਰੀ ਰਣਨੀਤੀ ਦੇ ਨਾਲ ਕਿਸਾਨਾਂ ਨੂੰ ਮਾਤ ਦੇ ਰਹੀ ਆ, ਤੇ ਜਿਹੜੇ ਕੋਆਪਰੇਟ ਘਰਾਣੇ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜਾ ਫਾਇਦਾ ਦਿੱਤਾ ਜਾ ਰਿਹਾ ਹੈਗਾ। ਅਤੇ ਸਿੱਧੇ ਤੌਰ ਤੇ ਇਹਨਾਂ ਨੇ ਇਹੀ ਚੇਤਾਵਨੀ ਦਿੱਤੀ ਹੈਗੀ ਆ, ਜਦੋਂ ਤੱਕ ਕਿਸਾਨਾਂ ਦੀਆਂ ਜਿਹੜੀਆਂ ਦਿੱਲੀ ਦੀ ਬਰੂਹਾਂ ਤੇ ਡਟੇ ਹੋਏ ਨੇ, ਜਦੋਂ ਤੱਕ ਉਹਨਾਂ ਦੀਆਂ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਪੰਜਾਬ, ਹਰਿਆਣਾ, ਹਿਮਾਚਲ ਤੇ ਨਾਲ ਤੁਹਾਡੇ ਸਾਹਮਣੇ ਹੁਣ ਦੱਸ ਕੇ ਗਏ ਨੇ ਕਿ ਚਾਹੇ ਸਾਨੂੰ ਪਾਰਟੀ ਛੱਡਣੀ ਪਵੇ, ਔਰ ਛੱਡ ਵੀ ਦਿੱਤੀ ਹੈਗੀ। ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਜਿਹੜਾ ਆਪਣੇ
ਬਾਗਬਾਨਾਂ ਦੇ ਨਾਲ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਇਸੇ ਤਰ੍ਹਾਂ ਡਟੇ ਰਹਾਂਗੇ। ਕੈਮਰਾਮੈਨ ਸੰਦੀਪ ਟੂਰਨਾ ਦੇ ਨਾਲ ਭਾਰਤ ਭੂਸ਼ਣ ਦੀ ਰਿਪੋਰਟ।